ਜਿਹਾ ਕੀ ਮਹਿਸੂਸ ਹੋਇਆ ਕਿ ਤੁਸੀਂ ਪੰਜਾਬ ਆਏ, ਕਿਉਂ ਤੁਸੀਂ ਉਹ ਪੋਸਟ ਪਾਈ? ਵੀ ਸਿੱਧੂ ਮੂਸੇਵਾਲੇ ਦੇ ਨਾਲ ਹੋਇਆ ਕੋਈ ਵੀ ਨਹੀਂ ਹੈਪੀ ਹੈਗਾ ਉਸ ਚੀਜ਼ ਮੇਬੀ ਆਰਟਿਸਟਾਂ ਦੀ ਸ਼ਾਇਦ ਇੰਨੀ ਸੇਫਟੀ ਨਹੀਂ ਹੈਗੀ, ਸ਼ਾਇਦ ਆਮ ਇਨਸਾਨ ਦੀ ਵੀ ਸੇਫਟੀ ਨਹੀਂ ਹੈਗੀ। ਮੈਨੂੰ ਸਿੱਧੂ ਦੇ ਬਾਰੇ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਪਤਾ ਸੀਗੀਆਂ, ਬਟ ਜਦੋਂ ਮੈਂ ਉਹਨਾਂ ਨੂੰ ਮਿਲੀ ਹਾਂ ਤਾਂ ਹੀ ਵਾਜ਼ ਅ ਵੈਰੀ ਨਾਈਸ ਪਰਸਨ। ਸਾਰੇ ਕਹਿੰਦੇ ਨੇ ਇੰਡਸਟਰੀ ਥੋੜੀ ਟੌਕਸਿਕ ਹੈ, ਬਟ ਮੈਂ ਇਹ ਕਹਿ ਸਕਦੀ ਹਾਂ ਦਾਅਵੇ ਦੇ ਨਾਲ ਕਿ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲਿਆ ਹੈ ਫਰੋਮ ਦੀ ਇੰਡਸਟਰੀ। ਮਾਈ ਵੀਡੀਓ ਟੂ ਸਤਿੰਦਰ ਸਰਤਾਜ ਜੀ, ਉਹਨਾਂ ਨੇ ਦੇਖੀ ਕਹਿੰਦੇ ਲਾਈਕ ਆਹ ਗੱਲ ਪਰਫੈਕਟ ਹੈ ਆਪਣੇ ਗਾਣੇ ਲਈ। ਮੈਨੂੰ ਲੱਗਦਾ ਇਹ ਫੇਕ ਕਾਲ ਹੈ, ਲਾਈਕ ਐਵੇਂ ਕਿਉਂ ਹੋ ਸਕਦਾ ਨਾ, ਲਾਈਕ ਵਾਈ ਵੁਡ ਯੂ ਵਾਂਟ ਟੂ ਡੂ ਅ ਸੌਂਗ ਵਿਦ ਮੀ। ਗੁਰਨਾਮ ਭੁੱਲਰ। ਗੁਰਨਾਮ ਬਬਲੀ ਬਹੁਤ ਹੀ ਫਨ। ਸਤਿੰਦਰ ਸਰਤਾਜ। ਹੀ ਇਜ਼ ਐਨ ਇੰਸਟੀਟਿਊਸ਼ਨ, ਮੈਂ ਕਹਿ ਸਕਦੀ ਹਾਂ। ਉਹਨਾਂ ਦੇ ਕੋਲ ਬਹੁਤ ਇੰਟੈਲੈਕਚੁਅਲ ਨੇ। दौड़ेगा भागेगा बाबा, ऑल सीजन्स के लिए कुछ भी करेगा। आई एम अ मैन ऑफ ऑल सीजन। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਖੁਸ਼ੀ ਸਰਾ ਤੇ ਅੱਜ ਮੈਂ ਤੁਹਾਡੀ ਸਭ ਦੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਇੱਕ ਅਜਿਹੀ ਮੁਟਿਆਰ ਦੇ ਨਾਲ ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਇਸ ਚੇਅਰ ਤੋਂ, ਯਾਨੀ ਕਿ ਐਂਕਰਿੰਗ ਤੋਂ, ਤੇ ਆਪਣੀ ਮਿਹਨਤ ਦੇ ਨਾਲ ਜਲਦੀ ਹੀ ਬਣਨ ਜਾ ਰਹੇ ਨੇ ਪੰਜਾਬੀ ਫਿਲਮਾਂ ਦਾ ਹਿੱਸਾ। ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਸਮਝ ਹੀ ਗਏ ਹੋ ਕਿ ਅੱਜ ਮੈਂ ਕਿਹਨਾਂ ਦੇ ਨਾਲ ਤੁਹਾਡੀ ਕਰਵਾਉਣ ਜਾ ਰਹੀ ਹਾਂ ਮੁਲਾਕਾਤ। ਮੇਰੇ ਨਾਲ ਮੌਜੂਦ ਆ ਰਾਜ ਸ਼ੌਕਤ। ਸਤਿ ਸ਼੍ਰੀ ਅਕਾਲ ਜੀ। ਜੀ ਵੈਰੀ ਨਾਈਸ ਟੂ ਹੈਵ ਯੂ ਗਾਈਜ਼ ਹੇਅਰ। ਥੈਂਕ ਯੂ ਸੋ ਮਚ ਖੁਸ਼ੀ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ। ਐਂਡ ਯਾ ਇਟਸ ਟਰੂ ਕਿ ਮੈਂ ਐਂਕਰਿੰਗ ਤੋਂ ਸਟਾਰਟ ਕਰਕੇ ਹੁਣ ਇਸ ਚੇਅਰ 'ਤੇ ਬੈਠਣਾ ਥੋੜ੍ਹਾ ਅਜੀਬ ਹੈ, ਬਟ ਇਟਸ ਨਾਈਸ। ਆਈ ਮੀਨ ਇਟਸ ਅ ਡਿਫਰੈਂਟ ਐਕਸਪੀਰੀਅੰਸ। ਸੋ ਇੰਜੋਏ ਕਰ ਰਹੇ ਹੋ ਇਸ ਚੇਅਰ ਤੋਂ ਉਸ ਚੇਅਰ ਤੱਕ ਜਾਣਾ? ਹਜੇ ਬਹੁਤ ਨਵਾਂ ਫੀਲ ਹੋ ਰਿਹਾ ਹੈ। ਮੈਨੂੰ ਕੁਐਸਚਨ ਪੁੱਛਣ ਦੀ ਵੈਸੇ ਜ਼ਿਆਦਾ ਆਦਤ ਹੈ, ਤਾਂ ਇੱਥੇ ਬੈਠਣਾ ਥੋੜ੍ਹਾ ਅਜੀਬ ਜਿਹਾ ਲੱਗ ਰਿਹਾ ਹੈ, ਬਟ ਇਟਸ ਗੁੱਡ। ਯਾ ਵਧੀਆ ਚੀਜ਼ ਹੈ, ਕਿਉਂਕਿ ਲਾਈਫ ਦੇ ਵਿੱਚ ਹਰ ਇਨਸਾਨ ਚਾਹੁੰਦਾ ਹੈ ਕਿ ਇੱਥੋਂ ਉੱਥੇ ਤੱਕ ਜ਼ਰੂਰ ਜਾਏ, ਤੇ ਤੁਸੀਂ ਉੱਥੋਂ ਤੱਕ ਪਹੁੰਚ ਗਏ ਹੋ, ਬਹੁਤ ਵੱਡੀ ਚੀਜ਼ ਆ। ਸੋ ਰਾਜ, ਪੰਜਾਬ ਆ ਕੇ ਕਿਵੇਂ ਦਾ ਲੱਗ ਰਿਹਾ ਹੈ? ਮੈਂ ਪੰਜਾਬ ਬਹੁਤ ਵਾਰ ਆਈ ਹਾਂ, ਬਟ ਕਦੇ ਕੰਮ ਕਰਨ ਨਹੀਂ ਆਈ ਸੀਗੀ। ਸੋ ਇਟਸ ਅ ਡਿਫਰੈਂਟ ਐਕਸਪੀਰੀਅੰਸ। ਮੈਂ ਕਦੇ ਇਕੱਲੀ ਨਹੀਂ ਆਈ ਹੈਗੀ, ਘਰਦਿਆਂ ਤੋਂ ਬਗੈਰ ਨਹੀਂ ਆਈ ਹੈਗੀ। ਸੋ ਇਕੱਲੀ ਆਉਣਾ ਐਂਡ ਇੱਥੇ ਦਾ ਮਾਹੌਲ ਦੇਖਣਾ, ਕੰਮ ਕਰਨਾ, ਇਟਸ ਅ ਡਿਫਰੈਂਟ ਐਕਸਪੀਰੀਅੰਸ। ਇਟਸ ਕੰਪਲੀਟਲੀ ਡਿਫਰੈਂਟ, ਬਟ ਇਟਸ ਵੈਰੀ ਗੁੱਡ। ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਆਪਣੀ ਇੰਡਸਟਰੀ ਤੋਂ, ਆਲੇ ਦੁਆਲੇ ਦੇ ਲੋਕਾਂ ਤੋਂ, ਐਂਡ ਇਕੱਲੇ ਰਹਿ ਕੇ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਯਾ ਮੈਂ ਇੱਕ ਪੋਸਟ ਦੇਖ ਰਹੀ ਸੀ, ਤੁਸੀਂ ਪਾਈ ਸੀ ਕਿ ਹਾਂ ਬੜਾ ਜਿਗਰੇ ਦੇ ਨਾਲ, ਬੜੀ ਹਿੰਮਤ ਦੇ ਨਾਲ ਤੁਸੀਂ ਪੰਜਾਬ ਆਏ, ਪਰ ਇੱਕ ਨਫ਼ਰਤ ਜਿਹੜੀ ਉਹ ਪੰਜਾਬ ਦੇ ਨਾਲ, ਮੈਂ ਉਹਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੀ ਕਿ ਰਾਜ ਜਿਹਾ ਕੀ ਮਹਿਸੂਸ ਹੋਇਆ ਕਿ ਤੁਸੀਂ ਪੰਜਾਬ ਆਏ, ਕਿਉਂ ਤੁਸੀਂ ਉਹ ਪੋਸਟ ਪਾਈ? ਆਈ ਮਸਟ ਸੇ ਜੋ ਵੀ ਸਿੱਧੂ ਮੂਸੇਵਾਲੇ ਦੇ ਨਾਲ ਹੋਇਆ ਕੋਈ ਵੀ ਨਹੀਂ ਹੈਪੀ ਹੈਗਾ ਉਸ ਚੀਜ਼ ਨਾਲ। ਐਵਰੀਬਡੀ ਇਜ਼ ਵੈਰੀ ਹਰਟ। ਮੈਨੂੰ ਪਤਾ ਕਿ ਉਹ 5-6 ਦਿਨ ਸਾਡੇ ਲਈ, ਸਾਰਿਆਂ ਲਈ ਬਹੁਤ ਔਖੇ ਸੀ। ਹਜੇ ਵੀ ਉਸ ਚੀਜ਼ 'ਤੇ ਯਕੀਨ ਨਹੀਂ ਆ ਰਿਹਾ। ਸੋ ਅਫਕੋਰਸ ਜਿਹੜੇ ਹਿਸਾਬ ਦੇ ਨਾਲ ਮਾਹੌਲ ਚੇਂਜ ਹੋ ਰਿਹਾ ਹੈ ਪੰਜਾਬ ਦੇ ਨਾਲ, ਜਦ ਮੈਂ ਪਹਿਲਾਂ ਆਉਂਦੀ ਸੀ, ਜਦ ਯੰਗ ਆਉਂਦੇ ਹੁੰਦੇ ਸੀ ਅਸੀਂ ਪੇਰੈਂਟਸ ਦੇ ਨਾਲ, ਮਾਹੌਲ ਬਹੁਤ ਵੱਖਰਾ ਸੀਗਾ। ਹੁਣ ਇਟਸ ਵੈਰੀ ਡਿਫਰੈਂਟ ਇਨ ਟਰਮਸ ਆਫ ਦ ਸੇਫਟੀ। ਮੇਬੀ ਆਰਟਿਸਟਾਂ ਦੀ ਸ਼ਾਇਦ ਇੰਨੀ ਸੇਫਟੀ ਨਹੀਂ ਹੈਗੀ, ਸ਼ਾਇਦ ਆਮ ਇਨਸਾਨ ਦੀ ਵੀ ਸੇਫਟੀ ਨਹੀਂ ਹੈਗੀ, ਕਿਉਂਕਿ ਜੇ ਐਡੇ ਅਹੁਦੇ 'ਤੇ ਹੋ ਕੇ ਵੀ ਬੰਦਾ ਸੇਫ ਨਹੀਂ, ਤਾਂ ਫਿਰ ਆਮ ਆਦਮੀ ਤਾਂ ਕੁਝ ਵੀ ਨਹੀਂ। So that's what I think, and that's why I'm very heartbroken. I must say I'm very heartbroken by what happened to Sidhu, and I think ਸਾਰੀ ਹੀ ਇੰਡਸਟਰੀ ਬਹੁਤ heartbroken ਹੈ, and I really hope ਕਿ ਉਹਨਾਂ ਨੂੰ justice ਮਿਲੇ, like, and I think ਸਾਰੇ ਹੀ ਚਾਹੁੰਦੇ ਨੇ। ਫਸਟ ਮੁਲਾਕਾਤ ਦੀ ਗੱਲ ਕਰੀਏ ਤਾਂ ਤੁਸੀਂ ਲਿਖਿਆ ਕਿ ਉਦੋਂ ਇਹ ਚੀਜ਼ ਸੀ ਕਿ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ, ਕਿ ਪਤਾ ਨਹੀਂ ਕਿਵੇਂ ਆ ਕਿਵੇਂ ਨਹੀਂ, ਮਨ ਕਿ ਲੋਕਾਂ ਨੂੰ ਵੀ ਲੱਗਦਾ ਸੀ ਕਿ ਬਿਲਕੁਲ ਨਹੀਂ ਬਣਦੀ, ਬਟ ਜਦੋਂ ਤੁਸੀਂ ਕੁਝ ਘੰਟੇ ਇਕੱਠੇ ਬੈਠੇ ਤਾਂ ਜੱਫੀ ਪਾ ਕੇ ਜਿਹੜਾ ਉਸ ਤੋਂ ਬਾਅਦ ਮਿਲੇ, ਕਿਵੇਂ ਸੀ ਫਸਟ ਮੁਲਾਕਾਤ, ਕਿਵੇਂ ਹੋਈ? ਸੋ ਮੈਂ ਤੇ ਸਿੱਧੂ ਐਕਚੁਅਲੀ ਮਿਲੇ ਸੀਗੇ ਜਦ ਮੈਂ ਬ੍ਰਿਟਿਸ਼ TV ਹੋਸਟ ਕਰਦੀ ਹੁੰਦੀ ਸੀ, ਐਂਡ ਸਾਡੀ ਕੁਝ ਜ਼ਿਆਦਾ ਬਣਦੀ ਨਹੀਂ ਸੀ। ਮੈਂ ਵੀ ਕਹਾਂ ਕਿ ਬਹੁਤ ਜ਼ਿਆਦਾ ਫਰੈਂਡ ਸੀਗੇ, ਬਟ ਅਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਹੀ ਵਾਜ਼ ਵੈਰੀ ਗੁੱਡ ਐਟ ਲਿਸਨਿੰਗ। ਬਹੁਤ ਲੋਕਾਂ ਨੇ ਲਿਖਿਆ ਵੀ ਹੈ, ਬਟ ਮੈਂ ਇਹ ਕਹਿ ਵੀ ਸਕਦੀ ਹਾਂ ਕਿ ਫਰੋਮ ਮਾਈ ਖੁਦ ਦਾ ਐਕਸਪੀਰੀਅੰਸ, ਹੀ ਵਾਜ਼ ਅ ਵੈਰੀ ਗੁੱਡ ਲਿਸਨਰ, ਐਂਡ ਉਹ ਆਪਣਾ ਪੱਖ ਜ਼ਰੂਰ ਸਮਝਾਉਂਦੇ ਸੀ ਬੰਦੇ ਨੂੰ।
ਕਈ ਵਾਰ ਆਪਾਂ ਅਕਸਰ ਲੋਕਾਂ ਨੂੰ ਜੱਜ ਕਰਨ ਲੱਗ ਜਾਂਦੇ ਆ ਸੁਣੀਆਂ ਸੁਣਾਈਆਂ ਗੱਲਾਂ ਤੋਂ, ਐਂਡ ਸ਼ਾਇਦ ਉਦੋਂ ਅਣਜਾਣਪੁਣੇ ਦੇ ਵਿੱਚ ਆਈ ਵਾਜ਼ ਵਨ ਆਫ them ਟੂ। ਮੈਨੂੰ ਸਿੱਧੂ ਦੇ ਬਾਰੇ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਪਤਾ ਸੀਗੀਆਂ, ਬਟ ਜਦੋਂ ਮੈਂ ਉਹਨਾਂ ਨੂੰ ਮਿਲੀ ਹਾਂ ਤਾਂ ਹੀ ਵਾਜ਼ ਅ ਵੈਰੀ ਨਾਈਸ ਪਰਸਨ ਐਂਡ ਓਨੈਸਟਲੀ ਉਹ ਬਹੁਤ ਹੀ ਜ਼ਿਆਦਾ ਸਪੋਰਟਿਵ ਸੀ। ਮੈਨੂੰ ਪਤਾ ਹੈ ਕਿ ਜਦ ਮੈਂ ਇੰਡੀਆ ਪਹੁੰਚੀ ਮੈਂ ਇਹ ਲਿਖਿਆ ਵੀ ਸੀ ਪੋਸਟ ਦੇ ਵਿੱਚ, ਮੈਨੂੰ ਸਿਰਫ 4-5 ਬੰਦਿਆਂ ਦਾ ਮੈਸੇਜ ਆਇਆ ਸੀ। ਉਹਨਾਂ ਵਿੱਚੋਂ ਇੱਕ ਸਿੱਧੂ ਦਾ ਮੈਸੇਜ ਸੀਗਾ ਕਿ ਰਾਜ ਜੇ ਕੁਝ ਵੀ ਚਾਹੀਦਾ ਹੋਇਆ ਤਾਂ ਜ਼ਰੂਰ ਦੱਸਿਓ, ਐਂਡ ਦੈਟਸ ਅ ਬਿਗ ਥਿੰਗ ਬਿਕਾਜ਼ ਇੱਥੇ ਇੱਕ ਦੂਜੇ ਲਈ ਕੋਈ ਵੀ ਨਹੀਂ ਖੜਦਾ, ਲਾਈਕ ਇੱਥੇ ਤੁਹਾਨੂੰ ਆਪ ਦਾ ਆਪ ਹੀ ਦੇਖਣਾ ਪੈਂਦਾ ਹੈ। ਯਾ ਰਾਜ, ਕਿਵੇਂ ਦੇਖ ਰਹੇ ਹੋ ਹੁਣ ਪੰਜਾਬ ਦੇ ਵਿੱਚ ਤੁਸੀਂ ਹੁਣ ਕੰਮ ਸਟਾਰਟ ਕਰ ਰਹੇ ਹੋ ਪੰਜਾਬੀ ਫਿਲਮਾਂ ਦੇ ਵਿੱਚ? ਅੱਗੇ ਵੀ ਬਹੁਤ ਸਾਰੀਆਂ ਫਿਲਮਾਂ ਆਉਣਗੀਆਂ ਕਿਉਂਕਿ ਹੁਣ ਤੁਸੀਂ ਹਿੱਸਾ ਬਣਨਾ ਸਟਾਰਟ ਹੋ ਗਏ ਹੋ, ਪਰ ਕਿਤੇ ਨਾ ਕਿਤੇ ਜਿਵੇਂ ਤੁਸੀਂ ਕਿਹਾ ਕਿ ਸੇਫ ਫੀਲ ਨਹੀਂ ਕਰ ਰਹੇ, ਉਹ ਚੀਜ਼ਾਂ ਦਿਮਾਗ 'ਚ ਘੁੰਮ ਰਹੀਆਂ ਨੇ। ਯਾ ਆਈ ਮੀਨ ਇਹ ਚੀਜ਼ਾਂ ਸ਼ਾਇਦ ਇੱਕ ਹੋਰ ਐਸਪੈਕਟ ਹੈ ਫਿਲਮਸ ਦਾ, ਬਟ ਆਈ ਥਿੰਕ ਜਿੱਦਾਂ ਜਿੱਦਾਂ ਆਪਣੀ ਇੰਡਸਟਰੀ ਗਰੋ ਹੋ ਰਹੀ ਹੈ ਇਹ ਚੀਜ਼ਾਂ ਨਾਰਮਲ ਵੀ ਨੇ। ਦਿਸ ਮਾਰਕਸ ਦ ਗਰੋਥ ਆਫ ਆ ਪੰਜਾਬੀ ਇੰਡਸਟਰੀ ਐਂਡ ਦੈਟਸ it's not a good thing that this is happening, but we're learning a lot and I think everybody is becoming more strong, which is also a good thing. And sare ek ਦੂਜੇ ਦੀ everybody's coming together. I have seen this ਕਿ ਸਿੱਧੂ ਦੀ ਡੈਥ ਤੋਂ ਬਾਅਦ ਸਾਰੇ ਬਹੁਤ ਟੁਗੇਦਰ ਨੇ, ਇੱਕ ਦੂਜੇ ਦਾ ਸਾਥ ਦੇ ਰਹੇ ਨੇ, ਇੱਕ ਦੂਜੇ ਨੂੰ ਪੁੱਛ ਰਹੇ ਨੇ ਤੁਸੀਂ ਠੀਕ ਹੋ, ਤੁਸੀਂ ਨਹੀਂ ਠੀਕ, so that's a good thing too. Yeah. ਚੀਜ਼ ਜਿਹੜੀ ਦੇਖਣ ਨੂੰ ਮਿਲੀ ਹੈ, ਯੂਨਿਟੀ ਕਹਿ ਸਕਦੇ ਹਾਂ, ਚਾਹੇ ਆਪਣਾਪਨ ਕਹਿ ਸਕਦੇ ਹਾਂ, ਹਰ ਇੱਕ ਨੇ ਕਿਤੇ ਨਾ ਕਿਤੇ ਗਿਲੇ ਸ਼ਿਕਵੇ ਭੁਲਾ ਕੇ ਮਾਫੀ ਮੰਗੀ ਇੱਕ ਦੂਜੇ ਦੇ ਕੋਲੋਂ, ਤੇ ਇਹੀ ਚੀਜ਼ ਕਿ ਹਰ ਇੱਕ ਨੂੰ ਜਿਹੜਾ ਆ ਸਪੋਰਟ ਕਰੀਏ, ਪ੍ਰੇਜ਼ ਕਰੀਏ ਹਰ ਇੱਕ ਦੀ। ਸੋ ਰਾਜ, ਤੁਹਾਡੀ ਫਿਲਮ ਆ ਰਹੀ ਹੈ, ਉਹਦੇ ਬਾਰੇ ਗੱਲ ਕਰਦੇ ਹਾਂ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ, ਕਿਵੇਂ ਦਾ ਕਰੈਕਟਰ ਹੈ, ਕਿਵੇਂ ਤੁਹਾਨੂੰ ਫਿਲਮ ਮਿਲੀ? Okay, so I'm very excited ਪਹਿਲਾਂ ਤਾਂ, and I want to thank everybody that's been a part of it, whether that's Sameer sir, White Hill ਵਾਲੇ, ਮਨਮੋਹਨ ਸਿੱਧੂ, ਗੁਨਪ੍ਰੀਤ ਸਿੱਧੂ, everybody involved, Sonam Bajwa, Ajay Sarkaria and ਬਾਕੀ ਸਾਰੀ star cast ਵੀ, everybody's helped me a lot and I'm not gonna lie, ਸਾਰੇ ਕਹਿੰਦੇ ਨੇ ਇੰਡਸਟਰੀ ਥੋੜੀ ਟੌਕਸਿਕ ਹੈ, ਬਟ ਮੈਂ ਇਹ ਕਹਿ ਸਕਦੀ ਹਾਂ ਦਾਅਵੇ ਦੇ ਨਾਲ ਕਿ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲਿਆ ਹੈ ਫਰੋਮ ਦੀ ਇੰਡਸਟਰੀ। ਐਂਡ ਜਦੋਂ ਮੈਂ ਸ਼ੂਟ ਵੀ ਕਰ ਰਹੀ ਸੀਗੀ everybody was very nice to me. ਜਿੰਦ ਮਾਹੀ ਆ ਰਹੀ ਹੈ on the 5th of August. ਇਟਸ ਅ ਗੁੱਡ ਫਿਲਮ, ਬਹੁਤ ਨਵਾਂ ਕੌਨਸੈਪਟ ਹੈ ਐਂਡ ਵਧੀਆ ਹੈ ਕਿ ਇੱਦਾਂ ਦੇ ਕੌਨਸੈਪਟ ਆ ਰਹੇ ਨੇ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ। ਇਟਸ ਬੀਨ ਅ ਗੁੱਡ ਐਕਸਪੀਰੀਅੰਸ। ਮੇਰੇ ਕੈਰੈਕਟਰ ਦਾ ਨਾਮ ਹੈਗਾ ਸਬਰੀਨ ਐਂਡ ਸਬਰੀਨ ਇੱਕ ਰਿਚ ਘਰ ਦੀ ਕੁੜੀ ਹੈ ਬਟ ਨਾਟ ਪੈਂਪਰਡ, ਲਾਈਕ ਉਹ ਬਹੁਤ ਸਟਰੋਂਗ। ਇੱਕ ਵਾਰ ਅਕਸਰ ਦਿਖਾਇਆ ਜਾਂਦਾ ਕਿ ਰਿਚ ਘਰ ਦੀ ਕੁੜੀ ਉਹਨੂੰ ਸਾਰਾ ਕੁਝ ਮਿਲਦਾ ਹੈ ਖੁਦ ਹੀ, ਬਟ she has earned everything herself. तो it's a very sweet जी कहानी, आई थिंक ਸਾਰੇ ਪਸੰਦ ਕਰਨਗੇ। ਮੈਂ ਹਜੇ ਜ਼ਿਆਦਾ ਰਿਵੀਲ ਨਹੀਂ ਕਰ ਸਕਦੀ, ਬਟ ਜਦੋਂ ਟ੍ਰੇਲਰ ਆਊਗਾ ਤੁਸੀਂ ਜ਼ਰੂਰ ਦੇਖਿਓ ਐਂਡ ਫਿਲਮ ਵੀ ਜ਼ਰੂਰ ਦੇਖਣ ਜਾਇਓ। ਸੋ ਖੁਦ ਦੀ ਲਾਈਫ ਦੀ ਤੁਹਾਡੀ ਗੱਲ ਕਰੀਏ ਤਾਂ ਤੁਹਾਡੀ ਪਰਸਨੈਲਿਟੀ ਤੋਂ ਕਿੰਨਾ ਕੁ ਹਟ ਕੇ ਇਹ ਕਰੈਕਟਰ ਆ, ਕੁਝ ਸਿਮਿਲੈਰਿਟੀਜ਼ ਹੈਗੀਆਂ ਰਾਜ ਦੇ ਉਸ ਕਰੈਕਟਰ ਦੇ ਵਿੱਚ? ਆਈ ਥਿੰਕ ਸਿਮਿਲੈਰਿਟੀ ਮੇਨ ਇਹੀ ਹੈ ਕਿ ਉਹ ਇੰਗਲੈਂਡ ਦੀ ਕੁੜੀ ਹੈ, ਸੋ ਐਕਸੈਂਟ ਵਗੈਰਾ ਥੋੜ੍ਹਾ ਜਿਹਾ ਸੇਮ ਸੀ, ਬਟ ਇਨ ਟਰਮਸ ਆਫ ਉਹਦੀ ਪਰਸਨੈਲਿਟੀ ਸ਼ੀ ਵਾਜ਼ ਅ ਵੈਰੀ ਅਪਰਾਈਟ ਗਰਲ। ਵੀ ਉਹ ਇੱਦਾਂ ਦਾ ਮੈਨੂੰ ਡਿਸਕ੍ਰਿਪਸ਼ਨ ਮੈਨੂੰ ਹਜੇ ਵੀ ਯਾਦ ਹੈ ਜਦੋਂ ਸਮੀਰ ਸਰ ਦੇ ਨਾਲ ਮੇਰੀ ਪਹਿਲੀ ਵਾਰ ਗੱਲ ਹੋਈ ਸੀ ਐਂਡ ਹੀ ਸੈਡ ਟੂ ਮੀ ਕਿ ਕੁੜੀ ਨਾ 1-2 ਘੰਟੇ ਰੈਡੀ ਹੋਣ ਨੂੰ ਲਾ ਦਿੰਦੀ ਹੈ, ਅਤੇ ਮੈਨੂੰ ਜਿੱਦਾਂ ਹੁੰਦਾ ਕਿ ਅੱਧੇ ਘੰਟੇ 'ਚ ਬਸ ਚਲੋ। ਸੋ ਆਪਾਂ ਨੂੰ ਇੰਨਾ ਟਾਈਮ ਵੀ ਨਹੀਂ ਮਿਲਦਾ ਰੈਡੀ ਹੋਣ ਲਈ। So that's very different kind of character, but I got a lot of support from my team, the ADs to leke writers to the producers, everybody helped me out with my character. So I think White Hill is a very good team. I think White Hill production has made great films, you name it, Punjab 1984, Jatt and Juliet. So ਇੱਦਾਂ ਦੀ ਟੀਮ ਦੇ ਨਾਲ ਸ਼ੁਰੂਆਤ ਕਰਨੀ, I'm blessed. I'm very blessed, yeah. ਸੋਨਮ ਬਾਜਵਾ ਤੁਹਾਡੇ ਨਾਲ ਆ, ਇੰਨਾ ਜ਼ਿਆਦਾ ਇੰਡਸਟਰੀ 'ਚ ਕੰਮ ਕਰ ਚੁੱਕਿਆ, ਸੋ ਇੰਨੇ ਅੱਛੇ ਅਦਾਕਾਰਾਂ ਦੇ ਨਾਲ ਸਕਰੀਨ ਸ਼ੇਅਰ ਕਰਨਾ, ਕੋਈ ਮੂਵਮੈਂਟ ਉਹਨਾਂ ਦੇ ਨਾਲ, ਕੋਈ ਮੈਮਰੀ ਸੈਟ ਦੀ ਸ਼ੇਅਰ ਕਰਨਾ ਚਾਹੋ ਆਡੀਅנס ਲਈ? Sonam is very nice. Sonam is a gem. ਉਹ ਜਿੰਨੇ ਲੱਗਦੇ ਨੇ ਕਿ ਉਹ ਥੋੜੀ ਰਿਜ਼ਰਵ ਨੇ, ਬਟ she is like that. She's slightly reserved, but she's lovely.
ਲਾਈਕ ਉਹ ਬਹੁਤ ਹੀ ਜ਼ਿਆਦਾ ਸਪੋਰਟਿਵ ਨੇ, ਬਹੁਤ ਹੀ ਨਾਈਸ ਨੇ, ਐਂਡ ਸ਼ੀ ਇਜ਼ ਲਾਈਕ ਅ ਜੈਮ ਆਫ ਅ ਪਰਸਨ। ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ, ਜਿੱਦਾਂ ਐਜ਼ ਅ ਨਿਊ ਗਰਲ ਮੈਨੂੰ ਵੀ ਇੱਦਾਂ ਸੀ ਕਿ ਮੈਂ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਥੋੜ੍ਹਾ ਪੁੱਛ ਸਕਾਂ, ਗਾਈਡੈਂਸ ਲੈ ਸਕਾਂ, ਐਂਡ ਸ਼ੀ ਇਜ਼ ਵੈਰੀ ਸਪੋਰਟਿਵ। ਜਿੰਨੀ ਵਾਰ ਵੀ ਮੈਂ ਉਹਨਾਂ ਨੂੰ ਪੁੱਛਿਆ ਹੈ ਕਿ ਮੈਮ ਲਾਈਕ ਮੈਨੂੰ ਇਸ ਚੀਜ਼ 'ਚ ਥੋੜ੍ਹਾ ਡਰ ਲੱਗ ਰਿਹਾ, ਸ਼ੀ ਇਜ਼ ਲਾਈਕ ਵਾਈ, ਲਾਈਕ ਤੂੰ ਆਪਣਾ ਕਰ, ਇਟਸ ਆਲ ਗੁੱਡ, ਲਾਈਕ ਐਂਡ ਸੋ ਆਈ ਹੈਵ ਨਥਿੰਗ ਬੈਡ ਟੂ ਸੇ ਅਬਾਊਟ ਸੋਨਮ। ਆਈ ਥਿੰਕ ਸ਼ੀ ਇਜ਼ ਅ ਲਵਲੀ ਪਰਸਨ, ਐਂਡ ਉਹ ਇੰਨੇ ਅਹੁਦੇ 'ਤੇ ਪਹੁੰਚ ਕੇ ਵੀ ਉਹ ਨਵੀਆਂ ਕੁੜੀਆਂ ਨੂੰ ਇੰਨੀ ਸਪੋਰਟ ਦਿੰਦੇ। ਆਈ ਥਿੰਕ ਦੈਟਸ ਹਰ ਬਿਗੇਸਟ ਕੰਪਲੀਮੈਂਟ, ਬਿਕਾਜ਼ ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਮੈਂ ਖੁਦ ਵੀ ਇਹ ਚੀਜ਼ ਐਕਸਪੀਰੀਅੰਸ ਕੀਤੀ ਹੈ ਕਿ ਸਮਟਾਈਮਸ ਯੂ ਸਿਟ ਵਿਦ ਲਾਈਕ ਥੋੜ੍ਹੇ ਸਟਾਰਸ ਜਿਹੜੇ ਹੁੰਦੇ ਨੇ, ਦੇ ਮੇਕ ਯੂ ਫੀਲ ਅ ਬਿਟ ਅਨਕੰਫਰਟੇਬਲ ਬਿਕਾਜ਼ ਤੁਸੀਂ ਨਵੇਂ ਹੋ, ਬਟ ਸ਼ੀ ਹੈਜ਼ ਨੈਵਰ ਮੇਡ ਮੀ ਫੀਲ ਲਾਈਕ ਦੈਟ, ਐਂਡ ਆਈ ਥੈਂਕ ਹਰ ਫਰੋਮ ਦ ਬੋਟਮ ਆਫ ਮਾਈ ਹਾਰਟ। ਯਾ ਵੇਟ ਰਹੇਗੀ ਆਡੀਅנס ਨੂੰ ਤੁਹਾਡੀ ਫਿਲਮ ਦੀ ਕਿ ਜਲਦੀ ਜਲਦੀ ਟ੍ਰੇਲਰ ਰਿਲੀਜ਼ ਹੋਏ। ਸੋ ਉਹਦਾ ਸਟਾਰਟਿੰਗ ਦੀ ਗੱਲ ਕਰ ਲਓ, ਤੁਸੀਂ Song ਕੀਤਾ ਸੀ ਆਈ ਥਿੰਕ ਪਹਿਲਾਂ ਸਤਿੰਦਰ ਸਰਤਾਜ ਜੀ ਦੇ ਨਾਲ, ਉਹਦੇ ਬਾਰੇ ਦੱਸੋ ਕਿ ਕਿਵੇਂ ਸੋਚਿਆ ਕਿ ਜਾਂ ਪਹਿਲਾਂ ਤੋਂ ਪਲਾਨ ਸੀ ਕਿ ਹਾਂ ਫੀਲਡ ਦੇ ਵਿੱਚ Songs ਦੇ ਵਿੱਚ ਜਾਂ ਫਿਰ ਐਕਟਿੰਗ ਦੇ ਵਿੱਚ ਵੀ ਆਉਣਾ ਐਂਕਰਿੰਗ ਤੋਂ? ਓਕੇ, ਐਕਚੁਅਲੀ ਸੌਂਗ ਵਾਜ਼ਨਟ ਪਲੈਨਡ, ਐਂਡ ਮੈਨੂੰ ਫਿਲਮਾਂ ਦਾ ਸ਼ੌਂਕ ਸੀ, ਬਟ ਇੱਦਾਂ ਨਹੀਂ ਸੀ ਕਿ ਮੈਂ ਆਈ ਵਾਜ਼ ਆਲਵੇਜ਼, ਕਿਉਂਕਿ ਬਾਹਰ ਬੈਠਿਆਂ ਨੂੰ ਸਾਨੂੰ ਇੱਦਾਂ ਲੱਗਦਾ ਕਿ ਬਹੁਤ ਦੂਰ ਹੈ ਉਹ ਚੀਜ਼, ਐਂਡ ਆਈ ਆਲਵੇਜ਼ ਯੂਜ਼ ਟੂ ਥਿੰਕ ਕਿ ਨਹੀਂ, ਆਈ ਵੋਂਟ ਬੀ ਏਬਲ ਟੂ ਮੇਕ ਇਟ ਰਾਈਟ, ਜਿੱਦਾਂ ਇੱਕ ਚੀਜ਼ ਸੀਗੀ। ਬਟ ਮੈਨੂੰ ਨਾ ਸੌਂਗ ਆਲ ਓਵਰ ਸਡਨ ਆਇਆ ਸੀ, ਮੈਂ ਰੇਡੀਓ ਪ੍ਰੈਜ਼ੈਂਟਿੰਗ ਕਰਦੀ ਸੀ ਤਾਂ ਆਈ ਯੂਜ਼ ਟੂ ਡੂ ਥੀਸ ਲਾਈਵਸ, ਅਤੇ ਲਾਈਵ 'ਤੇ ਮੈਨੂੰ ਸਨੀ ਨੇ ਦੇਖਿਆ ਸੀਗਾ, ਵਿਚ ਇਜ਼ ਦ ਡਾਇਰੈਕਟਰ ਸਨੀ ਢੀਂਡਸੀ। ਹੀ saw me and he showed my video to Satinder Sartaaj ji. ਉਹਨਾਂ ਨੇ ਦੇਖੀ and they were like, ਆਹ ਗਰਲ ਪਰਫੈਕਟ ਹੈ ਆਪਣੇ ਗਾਣੇ ਲਈ। ਸੋ ਜਸਟ all of a sudden I got a call and I was like, ਮੈਨੂੰ ਲੱਗਦਾ ਇਹ ਫੇਕ ਕਾਲ ਹੈ, ਲਾਈਕ ਐਵੇਂ ਕਿਉਂ ਹੋ ਸਕਦਾ ਨਾ, ਲਾਈਕ ਵਾਈ ਵੁਡ ਯੂ ਵਾਂਟ ਟੂ ਡੂ ਅ ਸੌਂਗ ਵਿਦ ਮੀ, ਐਂਡ ਦੈਨ ਆਈ ਫਾਈਂਡ ਆਊਟ ਦੈਟ ਨੋ ਸੀਰੀਅਸ ਹੈ। ਉਹਨਾਂ ਨੇ ਮੇਰੀ ਗੱਲ ਵੀ ਕਰਾਈ ਸਰਤਾਜ ਜੀ ਦੇ ਨਾਲ, ਐਂਡ ਆਈ ਸਪੋਕ ਟੂ ਹਿਮ ਐਂਡ ਹੀ ਵਾਜ਼ ਲਾਈਕ, ਉਹ ਐਕਚੁਅਲੀ 'ਚ ਅਸੀਂ ਗਾਣਾ ਕਰਨਾ ਚਾਹੁੰਦੇ ਹਾਂ। 7 ਦਿਨਾਂ ਦਾ ਸ਼ੂਟ ਸੀ, ਐਂਡ ਆਈ ਡਿਡਨਟ ਨੋ ਦ ਸੌਂਗ ਵਾਜ਼ ਗੋਇੰ ਬੀ ਸੋ ਗੁੱਡ, ਲਾਈਕ ਆਈ ਓਨੈਸਟਲੀ ਡਿਡਨਟ ਨੋ। ਮੈਨੂੰ ਪਤਾ ਉਹਨਾਂ ਦੇ ਗਾਣੇ ਬਹੁਤ ਵਧੀਆ ਨੇ, ਬਟ ਉਹਨਾਂ ਦੇ ਗਾਣੇ ਥੋੜ੍ਹੇ ਜਿਹੇ ਜਿੱਦਾਂ ਲਾਈਕ ਥੋੜ੍ਹੇ ਸੂਫੀ ਸਟਾਈਲ ਦੇ ਵਿੱਚ ਚਲੇ ਜਾਂਦੇ, ਸੋ ਆਈ ਡਿਡਨਟ ਨੋ ਕਿ ਉਹ ਯੰਗ ਆਡੀਅנס ਨੂੰ ਵੀ ਅਪੀਲ ਕਰਨਗੇ, ਬਟ ਓਨੈਸਟਲੀ ਦੈਟ ਸੌਂਗ ਚੇਂਜ ਮਾਈ ਲਾਈਫ, ਲਾਈਕ ਯਾ ਇਟ ਡਿਡ। ਸੋ 7 ਦਿਨ ਲੱਗੇ ਸੀ ਟੋਟਲ ਸ਼ੂਟ ਹੁੰਦਿਆਂ? 7 day shoot. It was up in the Yorkshire side of England. It was a very nice place and it was very fun. Yeah. ਓਕੇ, ਸੋ ਜਿਵੇਂ ਤੁਸੀਂ ਹੈ ਨਾ ਕਿਹਾ ਤੁਹਾਨੂੰ ਕਾਲ ਹੈ, ਤੁਹਾਨੂੰ ਲੱਗਾ ਕਿ ਅੱਛਾ ਸ਼ਾਇਦ ਕੋਈ ਫੇਕ ਕਾਲ ਹੈ। ਮੋਸਟਲੀ ਬਹੁਤ ਵਾਰ ਇੰਡਸਟਰੀ ਦੇ ਵਿੱਚ ਹੁੰਦਾ ਕਿ ਈਜ਼ਲੀ ਕਿਸੇ 'ਤੇ ਯਕੀਨ ਨਹੀਂ ਹੁੰਦਾ ਕਿ ਹੋ ਸਕਦਾ ਕੋਈ ਪ੍ਰੈਂਕ ਨਾ ਕਰ ਰਿਹਾ ਹੋਵੇ, ਤੁਹਾਨੂੰ Song ਦਿੰਦੇ ਆ, ਤੁਹਾਨੂੰ ਫਿਲਮ ਦੇ ਦਿੰਦੇ ਆ। ਸੋ ਫਿਰ ਉਸ ਟਾਈਮ 'ਤੇ ਕੀ ਕੁਝ ਚੱਲ ਰਿਹਾ ਸੀ ਰਾਜ ਦੇ ਮਾਈਂਡ ਦੇ ਵਿੱਚ, ਜਾਂ ਫਿਰ ਰਾਜ ਨੂੰ ਫਿਰ ਕਦੋਂ ਯਕੀਨ ਹੋਇਆ ਕਿ ਨਹੀਂ ਸੱਚਮੁੱਚ ਇੱਕ ਸਹੀ ਕਾਲ ਹੈ? ਐਕਚੁਅਲੀ ਮੈਨੂੰ ਡਾਇਰੈਕਟਰ ਦਾ ਬਹੁਤ ਵਾਰ ਕਾਲ ਆਇਆ ਸੀ, ਅਤੇ ਫਿਰ ਮੈਨੂੰ ਜਦੋਂ ਤੀਜੀ ਚੌਥੀ ਕਾਲ 'ਤੇ ਲੱਗ ਗਿਆ ਸੀ, ਆਈ ਵਾਜ਼ ਲਾਈਕ ਵੀ ਕੋਈ ਤਾਂ ਹੋਊਗਾ ਵੀ ਜਿਹੜਾ ਬਾਰ-ਬਾਰ, ਕਿਉਂਕਿ ਤੁਸੀਂ ਸਰਤਾਜ ਜੀ ਦਾ ਨਾਮ ਸੁਣਿਆ, ਯੂ ਆਰ ਜਸਟ ਲਾਈਕ ਨੋ ਇਟ ਕਾਂਟ ਬੀ, ਹੀ ਇਜ਼ ਸੱਚ ਹਾਈ ਆਰਟਿਸਟ। ਜਿੱਦਾਂ ਹਾਈ ਆਰਟਿਸਟ ਮੈਂ ਉਹਨਾਂ ਨੂੰ ਤਾਂ ਕਹਿੰਦੀ, ਮੈਂ ਉਹਨਾਂ ਨੂੰ ਮਿਲ ਕੇ ਵੀ ਹਮੇਸ਼ਾ ਇਹ ਕਹਿੰਦੀ ਹਾਂ ਕਿ ਉਹ ਇੰਨੇ ਵੱਡੇ ਆਰਟਿਸਟ ਨੇ ਕਿ ਕੋਈ ਵੀ ਨਹੀਂ ਸੋਚਦਾ ਨਵੀਂ ਕੁੜੀ ਕਿ ਮੈਨੂੰ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲੂਗਾ। ਮੈਨੂੰ ਸਟਾਰਟਿੰਗ ਦੇ ਵਿੱਚ ਹੀ ਮਿਲ ਗਿਆ। ਆਈ ਥਿੰਕ ਆਈ ਐਮ ਵੈਰੀ ਲੱਕੀ ਫॉर दैट। ਯਾ ਸੋ ਤੁਸੀਂ, ਮੈਂ ਤੁਹਾਡੀ ਇੱਕ ਚੀਜ਼ ਦੇਖ ਰਹੀ ਸੀ ਇੰਟਰਵਿਊ, ਤੁਸੀਂ ਖਾਣ ਪੀਣ ਨੂੰ ਜਦੋਂ ਗੱਲ ਕਰ ਰਹੇ ਸੀ, ਤੁਸੀਂ ਇਹ ਚੀਜ਼ ਕਹਿ ਰਹੇ ਸੀ ਕਿ ਮੈਂ ਬਹੁਤ ਜ਼ਿਆਦਾ Songs ਨਹੀਂ ਕਰਨਾ ਚਾਹੁੰਦੀ, ਮੈਂ ਐਕਟ ਕਰਨਾ ਚਾਹੁੰਦੀ ਫਿਲਮਾਂ ਦੇ ਵਿੱਚ। ਇਹ ਚੀਜ਼ ਕਿਉਂ ਕਿ ਹਾਂ ਜ਼ਿਆਦਾ Song ਨਹੀਂ ਕਰਨੀ? ਅੱਛਾ, ਆਈ ਡੋਂਟ ਥਿੰਕ ਗਲਤ ਨਹੀਂ ਹੈ, ਬਹੁਤ ਕੁੜੀਆਂ ਕਰਦੀਆਂ ਨੇ, ਇਟਸ ਗੁੱਡ। ਸਾਰਿਆਂ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ। ਮੈਨੂੰ Songs ਦੇ ਵਿੱਚ ਲਾਈਕ ਇੰਨਾ ਮਜ਼ਾ ਨਹੀਂ ਆਉਂਦਾ, ਬਿਕੋਜ਼ ਕੋਈ ਕੈਰੈਕਟਰ ਨਹੀਂ ਹੁੰਦਾ, ਤੁਸੀਂ ਕੈਰੈਕਟਰ ਫੜ ਨਹੀਂ ਸਕਦੇ। ਬਾਈ ਦ ਟਾਈਮ 3rd day ਹੁੰਦਾ ਸ਼ੂਟ ਦਾ, ਯੂ ਆਰ ਆਲਰੇਡੀ ਆਊਟ ਆਫ ਦ ਕੈਰੈਕਟਰ। ਤੁਹਾਨੂੰ ਇਹ ਹੁੰਦਾ ਕਿ ਛੇਤੀ ਨਿਬੜ ਕੇ ਕੰਮ ਕਰੀ ਚੱਲੀਏ। ਬਟ ਮੈਂ ਲੱਕੀ ਸੀਗੀ ਕਿ ਜਿਹੜਾ ਗਾਣਾ ਮੈਂ ਖਾਨ ਦੇ ਨਾਲ ਇੱਕ ਸੁਰਮਾ ਕੀਤਾ ਸੀ, ਉਹਦੇ ਵਿੱਚ ਮੈਨੂੰ ਐਕਟ ਕਰਨ ਨੂੰ ਮਿਲਿਆ ਸੀ। ਵੈਦਰ ਇਟ ਵਾਜ਼ ਉਡਾਰੀਆਂ, ਆਲਸੋ ਉਹਦੇ ਵਿੱਚ ਵੀ ਐਕਟ ਕਰਨ ਨੂੰ ਮਿਲਿਆ ਸੀ। ਆਈ ਜਸਟ ਵਾਂਟ ਟੂ ਸਟੇ ਅਵੇ ਫਰੋਮ ਦ ਸਿੰਕ ਥਿੰਗ, ਕਿ ਸਿੰਕ ਨਹੀਂ ਦੇਣਾ ਚਾਹੁੰਦੀ ਮੈਂ ਗਾ ਕੇ। ਆਈ ਡੋਂਟ ਵਾਂਟ ਡੂ ਦੈਟ ਜਸਟ ਬਿਕਾਜ਼ ਮੈਂ ਕੈਰੈਕਟਰਸ ਕਰਨਾ ਚਾਹੁੰਦੀ ਹਾਂ। ਜੇ ਮੈਨੂੰ ਇੱਕ ਗਾਣੇ ਦੇ ਵਿੱਚ ਵੀ ਬਹੁਤ ਵਧੀਆ ਕੈਰੈਕਟਰ ਮਿਲੂਗਾ, ਆਈ'll do it, we've seen Sargun Mehta has done a brilliant character in Laare, a brilliant character in Yaar Mera Titliyan Varga. So ਐਵੇਂ ਦੀ ਚੀਜ਼ I obviously I will never reject or say no ਕਿ ਮੈਂ ਨਹੀਂ ਕਰਨਾ, but it's just ਕਿ ਮੈਂ ਫਿਲਮਸ ਦੇ ਵਿੱਚ ਕੈਰੈਕਟਰਸ ਕਰਨਾ ਚਾਹੁੰਦੀ ਹਾਂ। ਯਾ ਸਿੰਗਿੰਗ ਦਾ ਵੀ ਪਲਾਨ ਕਰ ਰਹੇ ਹੋ? ਮੈਂ ਕਦੀ ਵੀ ਸਿੰਗ ਨਹੀਂ ਕਰਨਾ ਚਾਹੁੰਦੀ। ਤੁਸੀਂ ਕਿਹਾ ਸੀ ਖਾਨ ਸਾਨੂੰ ਕਿ ਮੈਂ ਸੋਚ ਰਹੀ ਹਾਂ। ਨਹੀਂ, ਉਹ ਤਾਂ ਵੈਸੇ ਸਾਡਾ ਹਾਸਾ ਮਜ਼ਾਕ ਚੱਲਦਾ ਰਹਿੰਦਾ ਹੈ। ਮੈਂ ਇਹ ਕਹਿੰਦੀ ਹੁੰਦੀ ਹਾਂ ਕਿ ਜੇ ਮੇਰਾ ਕੁਝ ਬਣਿਆ ਨਹੀਂ ਤਾਂ ਮੈਂ Songs ਕਰ ਲਾਂਗੀ, ਬਟ ਆਈ ਵਿਲ ਨੈਵਰ ਡੂ Songs। ਯਾ
ਸੋ ਇਸ ਤੋਂ ਇਲਾਵਾ ਜੇਕਰ ਅੱਜ ਗੱਲ ਕਰੀਏ ਤਾਂ ਹੈ ਨਾ ਜਿਵੇਂ ਤੁਹਾਡੀ ਹੁਣ ਤੱਕ ਜਰਨੀ ਰਹੀ ਆ ਅਜਿਹਾ ਕੋਈ ਮੂਵਮੈਂਟ ਜਿੱਥੇ ਤੁਹਾਨੂੰ ਲੱਗਾ ਹੋਵੇ ਕਿ ਹਾਂ ਬਹੁਤ ਵਾਰ ਹੁੰਦਾ ਕਿ ਅਸੀਂ ਅਪਸੈਟ ਹੁੰਦੇ ਆ ਜਾਂ ਡੀਮੋਟੀਵੇਟ ਹੋ ਜਾਂਦੇ ਕੁਝ ਚੀਜ਼ਾਂ ਨੂੰ ਲੈ ਕੇ ਦੈਨ ਕੋਈ ਨਾ ਕੋਈ ਇਨਸਾਨ ਸਾਡੀ ਲਾਈਫ 'ਚ ਹੁੰਦਾ ਜੋ ਸਾਨੂੰ ਮੋਟੀਵੇਟ ਕਰਦਾ ਹੈ, ਸਾਨੂੰ ਹੋਰ ਜ਼ਿਆਦਾ ਹੌਸਲਾ ਦਿੰਦਾ ਹੈ। ਕੋਈ ਇੱਦਾਂ ਦਾ ਮੂਵਮੈਂਟ ਜੋ ਤੁਸੀਂ ਸਾਂਝਾ ਕਰਨਾ ਚਾਹੋ। ਮੈਂ ਆਈ ਰੀਲੀ ਵਾਂਟ ਟੂ ਗਿਵ ਅ ਸ਼ਾਊਟ ਆਊਟ ਟੂ ਗਿੱਪੀ ਸਰ, ਗਿੱਪੀ ਗਰੇਵਾਲ ਜੀ। ਆਈਵ ਨੋਨ ਹਿਮ, ਮੈਂ ਉਹਨਾਂ ਦੀ ਫੈਨ ਸੀ। ਸੋ ਮੈਨੂੰ ਯਾਦ ਹੈ 2013 ਦੇ ਵਿੱਚ ਮੈਂ ਲੜ ਕੇ ਉਹਨਾਂ ਦਾ ਕੌਨਸਰਟ ਦੇਖਣ ਗਈ ਸੀ, ਐਂਡ ਆਈ ਥਿੰਕ ਦੈਟਸ ਵਨ ਆਫ ਹਿਸ ਲਾਸਟ ਕੌਨਸਰਟਸ ਦੈਟ ਹੀ ਡਿਡ ਲਾਈਕ ਇਨ ਦ UK। ਸੋ ਮੈਂ ਲੜ ਕੇ ਦੇਖਣ ਗਈ ਹਾਂ। ਉਹ ਤੋਂ ਬਾਅਦ ਮੇਰੀ ਉਹਨਾਂ ਨਾਲ ਬਹੁਤ ਵਾਰ ਮੁਲਾਕਾਤ ਹੋਈ ਹੈ, ਬਹੁਤ ਵਾਰ ਮੈਂ ਉਹਨਾਂ ਨੂੰ ਮਿਲੀ ਹਾਂ। ਹੀ ਇਜ਼ ਬੀਨ ਅ ਵੈਰੀ ਬਿਗ ਸਪੋਰਟ, ਐਂਡ ਲਾਈਕ ਇੱਦਾਂ ਨਹੀਂ ਕਿ ਮੈਂ ਉਹਨਾਂ ਨਾਲ ਹਜੇ ਲਾਈਕ ਕੰਮ ਕਰ ਲਿਆ ਹੈ ਜਾਂ ਫਿਰ ਆਈ ਹੈਵ ਡਨ ਸਮਥਿੰਗ ਵਿਦ ਦਿਸ ਕੰਪਨੀ ਐਂਡ ਆਈ ਵਿਸ਼ ਆਈ ਡੂ ਸਮਥਿੰਗ ਵਿਦ ਦਿਸ ਕੰਪਨੀ, ਬਟ ਉਹ ਬਹੁਤ ਹੀ ਜ਼ਿਆਦਾ ਸਪੋਰਟਿਵ ਆਰਟਿਸਟ ਨੇ ਇਨ ਟਰਮਸ ਲਾਈਕ ਹੀ ਇਜ਼ ਅ ਗਾਈਡ ਐਂਡ he's helped a lot of artists। ਉਹ ਬਹੁਤ ਜ਼ਿਆਦਾ ਲੋਕਾਂ ਨੂੰ ਹੈਲਪ ਵੀ ਕਰਦੇ ਨੇ, ਆਰਟਿਸਟਾਂ ਦੀ ਹੈਲਪ ਕਰਦੇ ਨੇ। ਬਟ ਮੈਨੂੰ ਉਹਨਾਂ ਨੇ ਇੱਦਾਂ ਨਹੀਂ ਕਿ ਉਹਨਾਂ ਨੇ ਫਿਲਮ ਦੇ ਦਿੱਤੀ ਜਾਂ ਫਿਰ ਇੱਦਾਂ ਕਿਹਾ ਕਿ ਰਾਜ ਮੇਰੇ ਨਾਲ ਗਾਣਾ ਕਰ ਲੈ ਜਾਂ ਮੈਂ ਤੈਨੂੰ ਇਸ ਫਿਲਮ ਦੇ ਵਿੱਚ ਲਾਂਚ ਕਰ ਲੈਣਾ ਹੈ। ਨੋ, ਇਟ ਵਾਜ਼ ਆਲਵੇਜ਼ ਕਿ ਮੈਨੂੰ ਜੇ ਕੋਈ ਗਾਈਡੈਂਸ ਚਾਹੀਦੀ ਸੀ, ਆਈ ਯੂਜ਼ਡ ਟੂ ਕਾਲ ਹਿਮ ਅਪ ਐਂਡ ਆਈ ਵਾਜ਼ ਲਾਈਕ ਗਿੱਪੀ ਸਰ ਮੈਨੂੰ ਨਾ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਹੈ, ਮੈਂ ਤੁਹਾਨੂੰ ਪੁੱਛ ਸਕਦੀ ਹਾਂ। ਹੀ ਹੈਜ਼ ਨੈਵਰ ਪੁੱਟ ਦ ਫੋਨ ਡਾਊਨ, ਹੀ ਹੈਜ਼ ਨੈਵਰ ਸੈਡ ਕਿ ਰਾਜ ਮੈਂ ਬਿਜ਼ੀ ਹਾਂ, ਮੈਂ ਗੱਲ ਨਹੀਂ ਕਰ ਸਕਦਾ। ਹੀ ਇਜ਼ a gem of a person as well। Yeah। ਜੀ ਜੀ ਓਕੇ ਰਾਜ, ਤੁਸੀਂ ਬਹੁਤ ਸਾਰੀ ਇੰਟਰਵਿਊਜ਼ ਕੀਤੀਆਂ ਨੇ ਹੈ ਨਾ, ਜਿਵੇਂ ਤੁਸੀਂ ਸਟਾਰਟਿੰਗ ਹੀ ਕੀਤੀ ਉਸ ਚੀਜ਼ ਤੋਂ, ਬਟ ਸ਼ੁਕਰ ਹੈ ਕਿ ਇਸ ਤੱਕ ਇਹਨਾਂ ਨੇ ਮੈਨੂੰ ਕੋਈ ਸਵਾਲ ਨਹੀਂ ਪੁੱਛਿਆ, ਕੰਟਰੋਲ ਕੀਤਾ। ਓਕੇ, ਮੈਂ ਕੁਝ ਨਾਮ ਲਵਾਂਗੀ, ਤੁਸੀਂ ਉਹਨਾਂ ਦੇ ਬਾਰੇ ਕੋਈ ਵੀ ਕੁਆਲਿਟੀ ਜਾਂ ਕੁਝ ਵੀ ਤੁਹਾਡੇ ਮਾਈਂਡ ਵਿੱਚ ਆਉਂਦਾ, ਕਿਉਂਕਿ ਇੰਟਰਵਿਊ ਕਰਦੇ ਅਸੀਂ ਇਨਸਾਨ ਨੂੰ ਜਾਣਦੇ ਆ, ਤੁਸੀਂ ਦੱਸਣਾ ਹੈ। ਕਰਨ ਔਜਲਾ। Very good lyricist and a very good person। Yeah। ਗੁਰਨਾਮ ਭੁੱਲਰ। ਗੁਰਨਾਮ's bubbly, ਬਹੁਤ ਹੀ fun ਨੇ ਗੁਰਨਾਮ ਦੇ ਨਾਲ ਤਾਂ he's also a gem of a person too। Yeah। ਖਾਨ ਪੈਣੀ। ਖਾਨ ਪੈਣੀ is fun। ਖਾਨ ਪੈਣੀ ਦੇ ਨਾਲ ਗਾਣੇ ਕਰਕੇ ਮਜ਼ਾ ਆਉਂਦਾ ਹੈ। We have a lot of fun on set, so he's a fun guy। Yeah। ਸਤਿੰਦਰ ਸਰਤਾਜ। he's an institution ਮੈਂ ਕਹਿ ਸਕਦੀ ਹਾਂ। ਉਹਨਾਂ ਦੇ ਕੋਲ ਉਹ ਬਹੁਤ ਇੰਟੈਲੈਕਚੁਅਲ ਨੇ, ਉਹਨਾਂ ਕੋਲ ਹਰ ਇੱਕ ਸਵਾਲ ਦਾ ਜਵਾਬ ਹੈ। ਲਾਈਕ ਉਹਨਾਂ ਨੂੰ ਸਭ ਕੁਝ ਹੀ ਪਤਾ ਹੈ। ਆਈ ਵੁਡ ਲਾਈਕ ਟੂ ਸੇ ਦੈਟ he's very very well educated। Yeah। ਹਿੰਮਤ ਸੰਧੂ। ਹਿੰਮਤ ਸੰਧੂ, ਮੇਰੀ ਥੋੜ੍ਹੀ ਇੰਟਰੈਕਸ਼ਨ ਉਹਨਾਂ ਨਾਲ ਘੱਟ ਹੋਈ ਹੈ, ਇੱਕ ਅੱਧੀ ਵਾਰ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ। he's a nice guy, very nice person। Yeah। ਰਾਜ, ਅਗਰ ਇੰਡਸਟਰੀ ਦੇ ਵਿੱਚ ਮੈਂ ਤੁਹਾਨੂੰ ਪੁੱਛਾਂ ਤੁਸੀਂ ਕਿੰਨਾਂ ਦੇ ਨਾਲ ਕੰਮ ਕਰਨਾ ਚਾਹੁੰਦੇ ਹੋਗੇ, ਉਹਨਾਂ ਨੂੰ ਕੋਈ ਫੇਵਰੇਟ ਪਰਸਨ ਕਿ ਹਾਂ ਇਹਨਾਂ ਦੇ ਨਾਲ ਲਾਈਫ 'ਚ ਇੱਕ ਵਾਰ ਕੰਮ ਜ਼ਰੂਰ ਕਰਨਾ, ਕੌਣ ਹੈ ਉਹ? ਮੈਂ ਅਮਰਿੰਦਰ ਗਿੱਲ ਜੀ ਦੇ ਨਾਲ ਕੰਮ ਜ਼ਰੂਰ ਕਰਨਾ ਚਾਹੂੰਗੀ। ਮੈਨੂੰ ਉਹ ਬਹੁਤ ਹੀ ਪਸੰਦ ਨੇ ਐਜ਼ ਅ ਸਿੰਗਰ, ਐਜ਼ ਐਨ ਆਰਟਿਸਟ, ਐਂਡ ਆਈ ਐਮ ਬਿਗ ਫੌਂਡ ਆਫ ਹਿਮ। ਮੈਨੂੰ ਹਮੇਸ਼ਾ ਜਦ ਵੀ ਅਮਰਿੰਦਰ ਗਿੱਲ ਜੀ ਦਾ ਨਾਮ ਲੈਂਦੀ ਹਾਂ ਮੈਨੂੰ ਇੱਕ ਮੂਮੈਂਟ ਯਾਦ ਆ ਜਾਂਦਾ ਹੈ ਕਿ ਆਈ ਸੌ ਹਿਮ, ਹੀ ਵਾਜ਼ ਸ਼ੂਟਿੰਗ ਚੱਲ ਮੇਰਾ ਪੁੱਤ 3 ਐਂਡ ਉਦੋਂ ਨਾ ਸਾਡੇ ਆਫਿਸ ਦੇ ਉੱਪਰ ਉਹਨਾਂ ਦਾ ਹੋਟਲ ਸੀਗਾ, ਐਂਡ ਆਈ ਵਾਜ਼ ਲਿਟਰਲੀ ਜਸਟ ਵਾਕਿੰਗ ਇਨ ਦ ਲਾਊਂਜ, ਅਤੇ ਉਹ ਵੀ ਲਾਊਂਜ ਤੋਂ ਆਈ ਥਿੰਕ ਸ਼ੂਟ ਤੋਂ ਵਾਪਸ ਆ ਰਹੇ ਸੀ, ਐਂਡ ਆਈ ਸਕਰੀਮਡ ਲਾਈਕ ਵੈਰੀ ਲਾਊਡ। ਮੈਂ ਇੰਨਾ ਉੱਚੀ ਦੇਣੀ ਚੀਕ ਮਾਰੀ, ਹੀ ਟਰਨਡ ਅਰਾਊਂਡ ਐਂਡ ਹੀ ਵਾਜ਼ ਲਾਈਕ he got really like ਉਹ ਬਹੁਤ innocent ਨੇ। he is very quiet, very peaceful guy। ਸੋ ਜਦੋਂ ਉਹਨਾਂ ਨੂੰ ਸੁਣਿਆ ਕਿ ਕਿਸੇ ਕੁੜੀ ਨੇ ਚੀਕ ਮਾਰੀ, ਉਹਨਾਂ ਵਾਜ਼ ਲਾਈਕ ਤੁਸੀਂ ਸੱਚੀ ਰੀਅਲ ਦੇ ਵਿੱਚ ਹੋ, and it was so embarrassing because at this point ਮੈਂ ਆਪਣੀ ਫਿਲਮ ਸਾਈਨ ਕਰ ਚੁੱਕੀ ਸੀ, so people knew ਕਿ ਮੈਂ ਫਿਲਮ ਕਰ ਰਹੀ ਹਾਂ, and it was just an embarrassing moment, but I would love to work with him। like I think he's brilliant। ਉਹਨਾਂ ਦੀ ਫਿਲਮ ਅੰਗਰੇਜ਼, ਲਵ ਪੰਜਾਬ, very good films। ਗੋਰਿਆਂ ਨੂੰ ਦਫਾ ਕਰੋ। I think he's an amazing guy। so yeah। ਹੋਪ ਕਿ ਜਲਦੀ ਜਲਦੀ ਤੁਹਾਡੀ ਵਿਸ਼ ਪੂਰੀ ਹੋਵੇ। ਸੋ ਰਾਜ ਸ਼ੋਕਰ, ਮੈਂ ਚਾਹੁੰਦੀ ਤੁਸੀਂ ਜਾਣਦੇ ਹੋ ਆਡੀਅנס ਥੋੜ੍ਹਾ ਜਿਹਾ ਜ਼ਰੂਰ ਦੱਸ ਦਿਓ, ਕਿਉਂਕਿ ਜਿੰਦਮਾਹੀ ਫਿਲਮ ਤਾਂ ਆ ਰਹੀ ਹੈ, ਉਸ ਤੋਂ ਇਲਾਵਾ ਤੁਹਾਡੇ ਕਿਹੜੇ ਕਿਹੜੇ ਅਪਕਮਿੰਗ ਪ੍ਰੋਜੈਕਟਸ ਨੇ ਜਾਂ ਹੋਰ ਕੀ ਕੁਛ ਆਡੀਅנס ਨੂੰ ਮਿਲ ਸਕਦਾ ਹੈ ਦੇਖਣ ਨੂੰ? ਬਹੁਤ ਜਲਦ ਇੱਕ ਹੋਰ ਫਿਲਮ 'ਤੇ ਵੀ ਕੰਮ ਚੱਲ ਰਿਹਾ ਹੈ, ਹਜੇ ਉਹਦਾ ਸ਼ੂਟ ਪੈਂਡਿੰਗ ਹੈ। ਸੈਕਿੰਡ ਸਕੈਡ, ਗਿੱਪੀ ਗਰੇਵਾਲ ਜੀ ਦੇ ਨਾਲ ਫਿਲਮ ਆ ਰਹੀ ਹੈ। ਉਹਦੇ ਵਿੱਚ ਤਾਨੀਆ ਵੀ ਨੇ ਐਂਡ ਪੰਕਜ ਬੱਤਰਾ ਡਾਇਰੈਕਟ ਕਰ ਰਹੇ ਨੇ, ਰਕੇਸ਼ ਧਵਨ ਜੀ ਨੇ ਲਿਖੀ ਹੋਈ ਹੈ ਉਹ ਫਿਲਮ, ਐਂਡ ਇਟਸ ਕਮਿੰਗ ਆਊਟ ਵੈਰੀ ਸੂਨ। ਆਈ ਐਮ ਐਕਸਾਈਟਿਡ ਅਬਾਊਟ ਦੈਟ ਪ੍ਰੋਜੈਕਟ ਟੂ। ਬਟ ਉਸ ਤੋਂ ਪਹਿਲਾਂ ਜਿੰਦਮਾਹੀ ਆ ਰਹੀ ਹੈ। ਅਸੀਂ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ ਜਿੰਦਮਾਹੀ 'ਤੇ, ਵੈਦਰ ਇਟਸ ਸਮੀਰ ਸਰ, ਵਾਈਟ ਹਿੱਲ ਪ੍ਰੋਡਕਸ਼ਨਸ, ਵਾਈਟ ਹਿੱਲ ਸਟੂਡੀਓਜ਼, ਸਾਰਿਆਂ ਨੇ ਹੀ ਬਹੁਤ ਮਿਹਨਤ ਕੀਤੀ ਹੈ। ਐਂਡ ਆਈ ਥਿੰਕ ਸੋਨਮ ਬਾਜਵਾ ਜੀ, ਅਜੇ ਸਰਕਾਰੀਆ, ਇਹ ਫਿਲਮ ਸਾਰਿਆਂ ਲਈ ਹੀ ਬਹੁਤ ਸਪੈਸ਼ਲ ਹੈ। ਇਟਸ ਅ ਸਪੈਸ਼ਲ ਫਿਲਮ। it's taken a lot of time, so it's my first, and first ਹਮੇਸ਼ਾ ਸਪੈਸ਼ਲ ਹੁੰਦੀ ਹੈ, so I'm excited। yeah।
ਸੋ ਥੈਂਕ ਯੂ ਸੋ ਮਚ ਰਾਜ ਗੱਲਬਾਤ ਕਰਨ ਦੇ ਲਈ ਐਂਡ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਡੈਬਿਊ ਕਰਨ ਜਾ ਰਹੇ ਹੋ ਪੰਜਾਬੀ ਫਿਲਮ ਦੇ ਨਾਲ ਐਂਡ ਹੋਪ ਕਿ ਆਡੀਅנס ਬਹੁਤ ਬਹੁਤ ਪਸੰਦ ਕਰੇ ਥੈਂਕ ਯੂ ਸੋ ਮਚ ਖੁਸ਼ੀ, ਥੈਂਕ ਯੂ। ਸੋ ਇਹ ਸੀ ਮੇਰੇ ਨਾਲ ਸੋਹਣੀ ਜਿਹੀ ਮੁਟਿਆਰ ਆ ਸ਼ੋਕਰ ਜਿਨ੍ਹਾਂ ਦੀ ਕਿ ਨਵੀਂ ਫਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਸੋ ਤੁਸੀਂ ਇਸ ਫਿਲਮ ਨੂੰ ਦੇਖਣ ਦੇ ਲਈ ਕਿੰਨੇ ਕੁ ਜ਼ਿਆਦਾ ਐਕਸਾਈਟਡ ਹੋ, ਕਮੈਂਟ ਕਰੋ ਤੇ ਆਪਣੀ ਰਾਏ ਦੱਸੋ। ਹਾਂ ਲੇਟੈਸਟ ਅਪਡੇਟ ਨੂੰ ਚੈਨਲ ਹੀ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ।